ਇੱਕ ਦਿਨ ਖਲੀਫਾ ਹਾਰੂਨ ਰਸ਼ੀਦ ਤੇ ਉਸਦਾ ਵੱਡਾ ਵਜ਼ੀਰ ਸੌਦਾਗਰਾਂ ਦੇ ਪੇਸ ਵਿੱਚ ਬਗਦਾਦ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸਾ। ਅਚਾਨਕ ਉਹਨਾਂ ਨੇ ਇੱਕ ਬੜਾ ਆਲੀਸ਼ਾਨ ਮਕਾਨ ਵੇਖਿਆ ਜਿਹੜਾ ਨਵਾਂ ਹੀ ਬਣਿਆ ਲੱਗਦਾ ਸੀ। ਪੁੱਛਣ ਤੋਂ ਪਤਾ ਲੱਗਾ ਕਿ ਉਹ ਮਕਾਨ ਗੋਗਿਆ ਹਸਨ ਨਾਮੀ ਇੱਕ ਰੱਸੀਆਂ ਵੱਟਣ ਵਾਲੇ ਦਾ ਹੈ, ਜਿਹੜਾ ਪਹਿਲਾਂ ਤਾਂ ਬੜਾ ਗਰੀਬ ਸੀ ਪਰ ਹੁਣ ਸ਼ਹਿਰ ਦੇ ਵੱਡੇ ਤਨਾਡਾਂ ਵਿੱਚੋਂ ਗਿਣਿਆ ਜਾਂਦਾ ਹੈ। ਇਹ ਗੱਲ ਸੁਣ ਕੇ ਅਲੀਫੇ ਨੂੰ ਗੋਗਿਆ ਹਸਨ ਬਾਰੇ ਕੁਝ ਦਿਲਚਸਪੀ ਹੋ ਗਈ ਤੇ ਉਹਨੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਗੋਗਿਆ ਹਸਨ ਨੂੰ ਅਗਲੇ ਦਿਨ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਏ ਤਾਂ ਜੋ ਉਹ ਉਹਦੇ ਜੀਵਨ ਦੀ ਸਫਲਤਾ ਦਾ ਰਾਜ਼ ਜਾਣ ਸਕੇ। ਅਗਲੇ ਦਿਨ ਹੁਕਮ ਅਨੁਸਾਰ ਗੋਗਿਆ ਹਸਨ ਦਰਬਾਰ ਵਿੱਚ ਹਾਜ਼ਰ ਹੋਏ। ਬਾਦਸ਼ਾਹ ਦੇ ਕਹਿਣ ਤੇ ਉਹਨੇ ਆਪਣੀ ਜੀਵਨ ਕਹਾਣੀ ਇਸ ਤਰ੍ਹਾਂ ਸ਼ੁਰੂ ਕੀਤੀ। ਇਸੇ ਸ਼ਹਿਰ ਵਿੱਚ ਦੋ ਮਿੱਤਰ ਰਹਿੰਦੇ ਸਾ। ਇੱਕ ਦਾ ਨਾਂ ਸਾਦੀ ਸੀ ਤੇ ਦੂਜੇ ਦਾ ਨਾਂ ਸਾਦਸ। ਉਹਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਪਰ ਇੱਕ ਗੱਲ ਤੇ ਉਹ ਕਦੇ ਸਹਿਮਤ ਨਹੀਂ ਸਨ ਹੋ। ਸਾਦੀ ਦਾ ਵਿਚਾਰ ਸੀ ਕਿ ਪੈਸੇ ਤੋਂ ਬਿਨਾਂ ਮਨੁੱਖ ਕਦੀ ਖੁਸ਼ ਨਹੀਂ ਰਹਿ ਸਕਦਾ, ਪਰ ਸਾਦ ਕਹਿੰਦਾ ਹੈ ਕਿ ਖੁਸ਼ੀ ਦੌਲਤ ਨਾਲ ਨਹੀਂ ਸਗੋਂ ਨੇਕੀ ਕਰਨ ਨਾਲ ਤੇ ਰੱਬ ਦੀ ਦਿੱਤੀ ਹੋਈ ਦਾਤ ਦੀ ਇੱਕ ਵਰਤੋਂ ਕਰਨ ਨਾਲ ਮਿਲਦੀ ਹੈ। ਸੋ ਇੱਕ ਦਿਨ ਜਦ ਇਹ ਦੋਵੇਂ ਮਿੱਤਰ ਉਸ ਥਾਂ ਲਾਗਿਓ ਲੰਘ ਰਹੇ ਸਨ ਜਿੱਥੇ ਮੈਂ ਰੱਸੀਆਂ ਵੱਟਣ ਜਾਂਦਾ ਹੁੰਦਾ ਸਾਂ ਤਾਂ ਮੈਨੂੰ ਦੇਖ ਕੇ ਅਚਾਨਕ ਰੁਕ ਗਿਆ। ਸਾਦਾ ਆਪਣੇ ਮਿੱਤਰ ਨੂੰ ਕਹਿਣ ਲੱਗਾ, ਦੇਖ ਵਿਚਾਰਾ ਰੱਸੀਆਂ ਵੱਟਣ ਵਾਲਾ ਕਿੰਨੀ ਮਿਹਨਤ ਕਰ ਰਿਹਾ ਹੈ ਪਰ ਇਹਦੀ ਵਜ੍ਹਾ ਕਤਾ ਤੋਂ ਇਉਂ ਜਾਪਦਾ ਹੈ ਕਿ ਇਹ ਰੋਟੀਓ ਵੀ ਆਤਰ। ਇਹੋ ਜਿਹਾ ਮੌਕਾ ਫੇਰ ਕਿੱਥੇ ਹੱਥ ਲੱਗਣਾ ਹੈ। ਕੀ ਖਿਆਲ ਹੈ ਇਸੇ ਤੋਂ ਨਾ ਪਰਤਾ ਕੇ ਵੇਖ ਲਈਏ ਕਿ ਸਿਰਫ ਪੈਸਾ ਹੀ ਮਨੁੱਖ ਨੂੰ ਖੁਸ਼ੀ ਦੇ ਸਕਦਾ ਹੈ ਕਿ ਨਹੀਂ। ਹਾਂ ਜ਼ਰੂਰ, ਸਾਦੀ ਨੇ ਕਿਹਾ, ਹੋਰ ਇਸ ਤੋਂ ਚੰਗਾ ਕਿਹੜਾ ਮੌਕਾ ਹੱਥ ਲੱਗਣਾ ਹੈ। ਇਸੇ ਕਰਕੇ ਹੀ ਤਾਂ ਮੈਂ ਕੁਝ ਪੈਸੇ ਸਦਾ ਨਾਲ ਲਈ ਫਿਰਦਾ ਆਂ ਤਾਂ ਜੋ ਕਿਸੇ ਇਹੋ ਜਿਹੇ ਮਨੁੱਖ ਤੇ ਤਜਰਬਾ ਕਰਕੇ ਵੇਖ ਸਕੀ। ਇਹ ਵਿਚਾਰ ਕੇ ਸਾਦੀ ਨੇ ਮੇਰਾ ਨਾਂ ਪੁੱਛੇ। ਮੈਂ ਕਿਹਾ, ਜਨਾਬ ਮੇਰਾ ਨਾਂ ਹਸਨ ਹੈ ਤੇ ਮੈਂ ਰੱਸੀਆਂ ਬਣਾਉਣ ਦਾ ਕੰਮ ਕਰਦਾ, ਇਸੇ ਲਈ ਮੇਰੀ ਲਈ ਰੱਸੀਆਂ ਵਾਲਾ ਪਈ ਹੋਈ। ਸਾਦੀ ਨੇ ਪੁੱਛਿਆ, ਤੂੰ ਲੱਗਦਾ ਤਾਂ ਬੜਾ ਸਿਆਣਾ ਹੈ ਪਰ ਕੀ ਤੈਨੂੰ ਕਦੀ ਖਿਆਲ ਨਹੀਂ ਆਇਆ ਕਿ ਪੈਸੇ ਬਚਾ ਕੇ ਬਹੁਤ ਸਾਰੀ ਸਾਨੀ ਖਰੀਦ ਲਵੇ ਤੇ ਆਪਣੇ ਵਪਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰੇ। ਮੈਂ ਉੱਤਰ ਦਿੱਤਾ, ਜਨਾਬ ਤੁਸੀਂ ਕਹਿੰਦੇ ਤਾਂ ਬਿਲਕੁਲ ਠੀਕ, ਪਰ ਤੁਹਾਨੂੰ ਪਤਾ ਨਹੀਂ ਮੇਰੇ ਘਰ ਪਲਣ ਵਾਲੇ 6 ਹੋਰ ਸਾਰਾ ਦਿਨ ਕੰਮ ਕਰ ਕਰਕੇ ਮੇਰਾ ਲੱਕ ਟੁੱਟ ਜਾਂਦਾ ਏ ਤਾਂ ਜਾ ਕੇ ਕਿਤੇ 2 ਡੰਗ ਰੋਟੀ ਨਸੀਬ ਹੁੰਦੀ। ਫੇਰ ਵੀ ਰੱਬ ਦਾ ਲੱਖ ਲੱਖ ਸ਼ੁਕਰ ਏ ਕਿਸੇ ਅੱਗੇ ਹੱਥ ਤਾਂ ਨਹੀਂ ਛੱਡਣਾ ਪੈਂਦਾ। ਜਿਸ ਵੇਲੇ ਮੈਂ ਆਪਣੀ ਗੱਲ ਖਤਮ ਕੀਤੀ ਤਾਂ ਸਾਦੀ ਨੇ ਕਿਹਾ, ਜੇ ਮੈਂ ਤੈਨੂੰ 200 ਮੋਹਰਾਂ ਦੀ ਥੈਲੀ ਇਨਾਮ ਦੇਵਾਂ ਤਾਂ ਕੀ ਤੂੰ ਪਰਨ ਕਰਦਾ ਏ ਕਿ ਇਸ ਰਕਮ ਨੂੰ ਆਪਣੇ ਕਾਰੋਬਾਰ ਵਿੱਚ ਲਾ ਕੇ ਉਹਨੂੰ ਵਧਾਉਣ ਦੀ ਤੇ ਅਮੀਰ ਬਣਨ ਦੀ ਕੋਸ਼ਿਸ਼ ਕਰੇਂਗਾ। ਇਹ ਸੁਣ ਕੇ ਪਹਿਲਾਂ ਤਾਂ ਮੈਂ ਸਮਝਿਆ ਕਿ ਉਹ ਸ਼ਾਇਦ ਮੇਰਾ ਮਖੌਲ ਉਡਾ ਰਿਹਾ ਹੈ, ਪਰ ਉਹਦੇ ਚਿਹਰੇ ਦੀ ਸੰਜੀਦਗੀ ਵੇਖ ਕੇ ਮੇਰਾ ਇਹ ਸ਼ੰਕਾ ਜਾਂਦਾ ਰਿਹਾ। ਮੈਂ ਉੱਤਰ ਦਿੱਤਾ, ਜਨਾਬ 200 ਮੋਹਰਾਂ ਤਾਂ ਇੱਕ ਬੜੀ ਵੱਡੀ ਰਕਮ, ਜੇ ਮੇਰੇ ਪਾਸ ਕਿਤੇ ਇਸ ਦਾ ਚੌਥਾ ਹਿੱਸਾ ਵੀ ਹੋਵੇ ਤਾਂ ਮੈਨੂੰ ਯਕੀਨ ਹੈ ਕਿ ਥੋੜੇ ਚਿਰ ਵਿੱਚ ਹੀ ਮੈਂ ਬਾਕੀ ਰੱਸੀ ਵਾਲਿਆਂ ਦੀਆਂ ਖਾਂ ਖੋਲ ਦੇਵਾਂ। ਇਹ ਸੁਣ ਕੇ ਸਾਦੀ ਖੁਸ਼ ਹੋਇਆ ਤੇ ਉਹਨੇ ਆਪਣੇ ਚੋਗੇ ਵਿੱਚੋਂ ਇੱਕ ਥੈਲੀ ਕੱਢ ਕੇ ਮੇਰੇ ਹੱਥ ਫੜਾਈ ਤੇ ਕਿਹਾ, ਇਹ ਲੈ 200 ਮੋਹਰਾਂ, ਰੱਬ ਕਰੇ ਤੈਨੂੰ ਆਪਣੇ ਮੰਤਵ ਵਿੱਚ ਸਫਲਤਾ ਹੋਵੇ। ਇਹ ਕਹਿ ਕੇ ਉਹ ਦੋਵੇਂ ਉੱਥੋਂ ਚਲੇ ਗਏ। ਮੈਨੂੰ ਡਰ ਸੀ ਕਿ ਇਹ ਇਤਨੀ ਵੱਡੀ ਰਕਮ ਹੈ ਕਿਤੇ ਮੇਰੇ ਹੱਥੋਂ ਜਾਂਦੀ ਹੀ ਨਾ ਰਹੇ, ਸੋ ਮੈਂ ਉਸ ਵਿੱਚੋਂ 10 ਮੋਹਰਾਂ ਕੱਢ ਕੇ ਬਾਕੀ ਦੀਆਂ ਬੜੇ ਧਿਆਨ ਨਾਲ ਆਪਣੀ ਪੱਗ ਦੇ ਪੇਚਾਂ ਵਿੱਚ ਲੁਕਾ ਲਈ। ਮੇਰਾ ਖਿਆਲ ਸੀ ਕਿ ਇਹਨਾਂ 10 ਮੋਹਰਾਂ ਵਿੱਚੋਂ ਕੁਝ ਪੈਸਿਆਂ ਦਾ ਚਾੜਨ ਲਈ ਘਰ ਥੋੜਾ ਜਿਹਾ ਮਾਸ ਲੈ ਜਾਵਾਂ ਤੇ ਬਾਕੀ ਪੈਸਿਆਂ ਦੀ ਕੁਝ ਸਣ ਖਰੀਦ ਲਵਾਂ। ਮੈਂ ਇੱਕ ਚਟਕੀ ਦੀ ਦੁਕਾਨ ਤੋਂ ਮਾਸ ਖਰੀਦਿਆ ਤੇ ਉਸ ਨੂੰ ਹੱਥ ਵਿੱਚ ਲਈ ਘਰ ਵੱਲ ਤੁਰ ਪਏ। ਰਾਹ ਵਿੱਚ ਅਚਾਨਕ ਇੱਕ ਇਲ ਮੇਰੇ ਤੇ ਚਪਟ ਕੇ ਪਾ। ਮਾਸ ਤਾਂ ਮੈਂ ਫੁਰਤੀ ਨਾਲ ਬਚਾ ਲਿਆ ਪਰ ਉਹਦੇ ਪੰਜਿਆਂ ਵਿੱਚ ਮੇਰੀ ਪੱਗ ਉੱਡ ਗਈ ਜੋ ਉਹ ਨਾਲ ਹੀ ਲੈ ਕੇ ਉੱਡ ਗਿਆ। ਬਚੇ ਖੁਚੇ ਪੈਸਿਆਂ ਨਾਲ ਪਹਿਲਾਂ ਤਾਂ ਮੈਂ ਸਿਰ ਕੱਜਣ ਲਈ ਇੱਕ ਨਵੀਂ ਪੱਗ ਖਰੀਦੀ ਤੇ ਫੇਰ ਹਰ ਰੋਜ਼ ਵਾਂਗ ਆਪਣੇ ਕੰਮ-ਕਾਰ ਵਿੱਚ ਜੁਟ ਪਏ। ਥੋੜੇ ਦਿਨ ਤਾਂ ਚੰਗਾ ਗੁਜ਼ਾਰਾ ਚੱਲਦਾ ਰਿਹਾ, ਪਰ ਜਦੋਂ ਉਹ ਪੈਸੇ ਵੀ ਮੁੱਕ ਗਏ ਤਾਂ ਪਹਿਲਾਂ ਵਾਂਗ ਫੇਰ ਸਾਡੇ ਘਰ ਭੁੱਖ ਨੰਗ ਵਰਤ ਗਿਆ। ਪਰ ਮੈਂ ਰੱਬ ਦੀ ਰਜ਼ਾ ਵਿੱਚ ਖੁਸ਼। ਮੈਂ ਸੋਚਿਆ ਸੀ ਪਰਮਾਤਮਾ ਕੋਲੋਂ ਪੈਸੇ ਲਈ ਪਟਾ ਥੋੜਾ ਲਿਖਵਾਇਆ ਹੋਇਆ ਏ, ਜੇ ਉਹਨੇ ਦੇ ਦਿੱਤੇ ਤਾਂ ਉਹਦੀ ਮਰਜ਼ੀ, ਜੇ ਖੋਹ ਲਏ ਤਾਂ ਵੀ ਉਹਦੀ ਮਰਜ਼ੀ। ਉਸ ਗੇ ਜ਼ੋਰ ਥੋੜਾ ਹੈ, ਪਰ ਮੇਰੀ ਵੋਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ। ਉਹਨੇ ਇਸ ਨੁਕਸਾਨ ਤੇ ਬੜੀ ਤਰਥੱਲੀ ਮਚਾ। ਮੈਂ ਉਹਨੂੰ ਬਥੇਰਾ ਸਮਝਾਇਆ ਬੁਝਾਇਆ ਪਰ ਉਹ ਕਿੱਥੋਂ ਟਲਣ ਵਾਲੀ ਸੀ। ਆਂਢ ਗਵਾਂਢ ਜਾ ਕੇ ਉਹ ਟੰਡੋਰਾ ਪਿੱਟਦੀ ਰਹੀ, ਕਿਸੇ ਮਾਰੇ ਗਏ
ਲੁੱਟੇ ਗਏ। ਲੋਕਾਂ ਨੂੰ ਸਾਡੀ ਹਾਲਤ ਦਾ ਤਾਂ ਪਤਾ ਹੈ ਹੀ, ਸੋ ਇਸ ਤੋਂ ਸਿਵਾ ਕਿ ਉਹ ਸਾਡਾ ਛਾ ਮਖੌਲ ਉਡਾਉਂਦੇ ਹੋਰ ਕੀ ਬਣਨਾ। ਇਸੇ ਹਾਲਤ ਵਿੱਚ 6 ਮਹੀਨੇ ਲੰਘ ਗਏ। ਇੱਕ ਦਿਨ ਅਚਾਨਕ ਉਹ ਦੋਵੇਂ ਮਿੱਤਰ ਸਾਦੀ ਤੇ ਸਾਦਾ ਫੇਰ ਮੇਰੇ ਪਾਸ ਆਏ ਤੇ ਸਾਦ ਨੇ ਮੇਰਾ ਹਾਲ ਹਵਾਲ ਪੁੱਛਿਆ। ਮੈਂ ਕਿਹਾ, ਜਨਾਬ ਮੈਂ ਕੀ ਦੱਸਾਂ, ਤੁਸੀਂ ਤਾਂ ਮੇਰੇ ਤੇ ਬੜੀਆਂ ਆਸਾਂ ਲਾਈ ਬੈਸ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜੇ ਉਹ ਚਾਹੇ ਤਾਂ ਲੱਖ ਦਾ ਕੱਖ ਕਰ ਦਿੰਦਾ ਏ। ਇਹ ਕਹਿ ਕੇ ਮੈਂ ਉਹਨਾਂ ਨੂੰ ਇਲ ਵਾਲੀ ਸਾਰੀ ਵਾਰਤਾ ਸੁਣਾਈ ਤੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਗੱਲ 16 ਆਨੇ ਸੱਚ ਹੈ ਤੇ ਇਸ ਬਾਰੇ ਸ਼ਹਿਰ ਦਾ ਬੱਚਾ ਜਾਣਦਾ ਹੈ। ਸਾਦ ਨੇ ਵੀ ਮੇਰਾ ਪੱਖ ਲਿਆ ਤੇ ਬੜੀ ਹਮਦਰਦੀ ਜ਼ਾਹਿਰ ਕੀਤੀ। ਸੋਚ ਵਿਚਾਰ ਕੇ ਸਾਗਦੀ ਨੇ ਆਪਣੇ ਚੋਗੇ ਵਿੱਚੋਂ 200 ਮੋਹਰਾਂ ਦੀ ਇੱਕ ਹੋਰ ਥੈਲੀ ਕੱਢੀ ਤੇ ਮੇਰੇ ਹਵਾਲੇ ਕਰਦਿਆਂ ਕਹਿਣ ਲੱਗਾ, ਚਲੋ ਜੋ ਹੋਈ ਸੋ ਹੋ, ਲੈ ਇਹ 200 ਮੋਹਰਾਂ ਹੋ, ਸੰਭਾਲ ਕੇ ਰੱਖੀ ਤੇ ਵੇਖੀ ਗੇਵਾਨ ਹੱਥੋਂ ਨਾ ਚਲੀਆਂ ਜਾ, ਰੱਬ ਕਰੇ ਤੇਰਾ ਕੁਝ ਬਣ ਸੌਰ ਜਾਏ। ਮੈਂ ਖੁਸ਼ੀ ਤੇ ਹੈਰਾਨੀ ਵਿੱਚ ਡੁੱਬਾ ਸੋਚ ਹੀ ਰਿਹਾ ਸਾਂ ਕਿ ਮੈਂ ਉਹਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਕਿ ਉਹ ਦੋਵੇਂ ਉੱਥੋਂ ਤੁਰ ਪਏ। ਮੈਂ ਕਿਹਾ, ਦੇਖ ਰੱਬ ਦੇ ਰੰਗ, ਮੇਰਾ ਇਹਨਾਂ ਨਾਲ ਕਿਹੜੇ ਪੁਰਾਣੇ ਜੁਗਾਂ ਦਾ ਲੈਣ ਦੇਣੇ, ਨਾ ਜਾਣ ਨਾ ਪਛਾਣ। ਫੇਰ ਵੀ ਉਹ 2 ਵਾਰ ਮੇਰੇ ਹੱਥ ਮੋਹਰਾਂ ਦੇ ਬੁੱਕਾਂ ਦੇ ਬੁੱਕ ਉਲਝ ਗਏ ਨੇ। ਇਸ ਤਰ੍ਹਾਂ ਸੋਚਦਾ ਮੈਂ ਕਾਲੀ ਘਰ ਨੂੰ ਤੁਰ ਪਿਆ ਤਾਂ ਜੋ ਇਹ ਪੈਸੇ ਕਿਸੇ ਨੁਕਰੇ ਲੁਕਾ ਦਿਓ। ਮੈਨੂੰ ਡਰ ਸੀ ਕਿ ਕਿਸਮਤ ਦਾ ਮਾਰਿਆ ਤਾਂ ਮੈਂ ਹਾਂ ਹੀ ਕਿਤੇ ਗੇਵਾਂ ਇਹ ਮੋਹਰਾਂ ਵੀ ਹੱਥੋਂ ਨਾ ਚਲੀਆਂ ਜਾ। ਘਰ ਕੋਈ ਵੀ ਨਹੀਂ ਸੀ, ਮੇਰੀ ਵਹੁਟੀ ਬੱਚਿਆਂ ਨੂੰ ਨਾਲ ਲੈ ਕੇ ਕਿਤੇ ਬਾਹਰ ਗਈ ਹੋਈ ਸੀ। ਮੈਂ ਦਿਲ ਵਿੱਚ ਸੋਚਿਆ, ਸਗੋਂ ਚੰਗਾ ਇਹ ਕਿਸੇ ਨੂੰ ਪਤਾ ਤਾਂ ਨਾ ਲੱਗੇਗਾ। 10 ਮੋਹਰਾਂ ਮੈਂ ਆਪਣੇ ਪਾਸ ਰੱਖ ਲਈ, ਬਾਕੀ ਦੀਆਂ ਇੱਕ ਰੁਮਾਲ ਵਿੱਚ ਬੰਨੀਆਂ ਤੇ ਤੂੜੇ ਵਾਲੇ ਡੱਬੇ ਵਿੱਚ ਲੁਕਾ ਕੇ ਰੱਖ ਦਿੱਤੀ। ਜਦੋਂ ਮੇਰੀ ਵਹੁਟੀ ਬਾਹਰੋਂ ਆਈ, ਮੈਂ ਬਾਜ਼ਾਰੋਂ ਸਣ ਲੈਣ ਲਈ ਚਲਾ ਗਿਆ। ਮੇਰੀ ਬਦਨਸੀਬੀ ਵੇਖੋ, ਉਸ ਦਿਨ ਖਾਣ ਨੂੰ ਘਰ ਡੰਗ ਪਰ ਵੀ ਆਟਾ ਨਹੀਂ ਸੀ। ਸੋ ਜਦੋਂ ਮੇਰੀ ਵਹੁਟੀ ਰੋਟੀ ਪਕਾਉਣ ਲੱਗੀ ਤਾਂ ਆਟਾ ਬਿਲਕੁਲ ਖਤਮ ਵੇਖ ਕੇ ਉਹਨੇ ਤੂੜੇ ਦਾ ਡੱਬਾ ਇੱਕ ਫੇਰੀ ਵਾਲੇ ਕੋਲ ਆਟੇ ਦੇ ਬਦਲੇ ਵੇਚ ਦਿੱਤਾ। ਜਦੋਂ ਮੇਰੇ ਘਰ ਮੁੜਨ ਤੇ ਮੇਰੀ ਵਹੁਟੀ ਨੇ ਦੱਸਿਆ ਕਿ ਉਹਨੇ ਮੇਰੇ ਪਿੱਛੋਂ ਕੀ ਕਮਾਈ ਕੀਤੀ ਹੈ ਤਾਂ ਮੈਨੂੰ ਬਹੁਤ ਦੁੱਖ ਹੋਏ। ਮੈਂ ਸਿਰ ਤੇ ਦੋਥੜੇ ਮਾਰ ਕੇ ਕਿਹਾ, ਕਮਬਖਤ ਔਰਤ, ਸਾਡੇ ਪਿਓ ਦੀ ਕਿਹੜੀ ਜਗੀਰ ਲੱਗੀ ਹੋਈ ਏ ਕਿ ਤੂੰ ਐਨੀ ਦੌਲਤ ਕੌਡੀਆਂ ਦੇ ਪਾ ਲੁਟਾ ਦਿੱਤੀ। ਤੈਨੂੰ ਪਤਾ ਨਹੀਂ ਕਿ ਉਸ ਵਿੱਚ 9 ਵੀਹਾਂ ਤੇ 10 ਮੋਹਰਾਂ ਪਈਆਂ ਹੋਈਆਂ ਸਨ ਜਿਹੜੀਆਂ ਮੇਰੇ ਇੱਕ ਮਿੱਤਰ ਨੇ ਮੈਨੂੰ ਜੀ ਦਿੱਤੀਆਂ ਸਨ। ਇਹ ਗੱਲ ਸੁਣਦਿਆਂ ਹੀ ਉਹਦਾ ਰੰਗ ਫੱਕ ਹੋ ਗਿਆ ਤੇ ਪਾਗਲਾ ਵਾਂਗ ਪਿੱਟ ਕੇ ਨਡਾਲ ਹੋ ਗਿਆ। ਆਖਰ ਮੈਂ ਉਹਨੂੰ ਤਰਾਸ ਦਿੱਤਾ ਤੇ ਕਿਹਾ, ਐਨਾ ਰੌਲਾ ਨਾ, ਜੇ ਕਿਤੇ ਗਵਾਂਢੀਆਂ ਨੂੰ ਪਤਾ ਲੱਗ ਗਿਆ ਤਾਂ ਪਹਿਲਾਂ ਵਾਂਗ ਕਿਤੇ ਫੇਰ ਸਾਡਾ ਮੌਜੂ ਨਾ ਬਣਾਓ। ਚਲੋ ਜੋ ਹੋਇਆ ਸੋ ਹੋਇਆ, ਰੱਬ ਦਾ ਫੇਰ ਵੀ ਲੱਖ ਸ਼ੁਕਰ ਰਹੇ ਕਿ ਇਹਨਾਂ ਵਿੱਚੋਂ ਕਮ ਸੇ ਕਮ 10 ਮੋਹਰਾਂ ਤਾਂ ਬਚ ਗਈਆਂ। ਇਹਨਾਂ ਨਾਲ ਹੀ ਕੁਝ ਦਿਨ ਲੰਘਾਉਣ ਦਾ ਯਤਨ ਕਰੀ ਗੇ ਜੋ ਰੱਬ ਨੂੰ ਪਾਵੇ। ਮੇਰੇ ਹੌਸਲਾ ਦੇਣ ਤੇ ਉਹ ਸੰਭਲ ਗਈ ਤੇ ਕੁਝ ਸਮਾਂ ਪਾ ਕੇ ਸਾਨੂੰ ਇਸ ਗੱਲ ਦਾ ਚੇਤਾ ਵੀ ਭੁੱਲ ਗਿਆ। ਪਰ ਇੱਕ ਦਿਨ ਜਦ ਮੈਂ ਆਪਣੇ ਕੰਮ ਵਿੱਚ ਮਸਤ ਸਾਂ ਤਾਂ ਅਚਾਨਕ ਸਾਦੀ ਤੇ ਸਾਦ ਨੂੰ ਫੇਰ ਮੈਂ ਆਪਣੇ ਵੱਲ ਆਉਂਦਿਆਂ ਵੇਖਿਆ। ਮੈਨੂੰ ਵਿੱਚੋਂ ਬੜੀ ਸ਼ਰਮ ਸੀ ਕਿ ਮੈਂ ਕਿਸ ਮੂੰਹ ਨਾਲ ਇਹਨਾਂ ਸਾਹਮਣੇ ਆਪਣੇ ਰੋਣੇ ਰੋਵਾਂ। ਇਸ ਲਈ ਮੈਂ ਮੂੰਹ ਥੱਲੇ ਸੁੱਟ ਕੇ ਆਪਣਾ ਕੰਮ ਕਰਦਾ ਰਿਹਾ ਜਿਵੇਂ ਕਿ ਮੈਂ ਉਹਨਾਂ ਨੂੰ ਵੇਖਿਆ ਹੀ ਨਾ। ਪਰ ਬਜਾਏ ਮੇਰੇ ਕੋਲ ਦੀ ਲੰਘ ਜਾਣ ਦੇ ਉਹ ਸਿੱਧੇ ਮੇਰੇ ਕੋਲ ਆ ਖੜੋਤੇ। ਮੈਂ ਵੀ ਗੱਲ ਪਈ ਬਲਾ ਨੂੰ ਗਲੋਂ ਲਾਉਣ ਲਈ ਕਾਲੀ ਜੋ ਮੇਰੇ ਨਾਲ ਗੁਜ਼ਰੀ ਸੀ ਕਹਿ ਸੁਣਾਈ ਤੇ ਕਿਹਾ, ਭਾਵੇਂ ਪਰਮਾਤਮਾ ਨੂੰ ਮਨਜ਼ੂਰ ਨਹੀਂ ਕਿ ਮੈਂ ਤੁਹਾਡੇ ਵਰਗੇ ਮਿੱਤਰਾਂ ਦੀ ਸਹਾਇਤਾ ਨਾਲ ਖਾਣ ਪੀਣ ਜੋਗਾ ਹੋ ਜਾਉ, ਫੇਰ ਵੀ ਮੈਂ ਤੁਹਾਡੀ ਸਹਾਇਤਾ ਦਾ ਦਿਲੋਂ ਧੰਨਵਾਦੀ ਹਾਂ। ਸਾਦੀ ਨੇ ਉੱਤਰ ਦਿੱਤਾ, ਮੈਂ ਮੰਨਦਾ ਹਾਂ ਕਿ ਤੂੰ ਮੇਰੀ ਦਿੱਤੀ ਹੋਈ ਰਕਮ ਖਾ ਪੀ ਕੇ ਨਹੀਂ ਉਡਾ ਲੈ। ਇਸ ਗੱਲ ਦਾ ਮੈਨੂੰ ਕੋਈ ਰੰਜ ਨਹੀਂ ਕਿ ਮੈਂ ਤੈਨੂੰ 400 ਮੋਹਰਾਂ ਦੇ ਕੇ ਹੀ ਗਵਾਈਆਂ, ਪਰ ਮੈਂ ਤੇਰੀ ਹੋਰ ਸਹਾਇਤਾ ਕਰਨ ਨੂੰ ਤਿਆਰ ਨਹੀਂ। ਫੇਰ ਉਹ ਆਪਣੇ ਮਿੱਤਰ ਵੱਲ ਮੂੰਹ ਕਰਕੇ ਕਹਿਣ ਲੱਗਾ, ਮੇਰਾ ਤਜਰਬਾ ਤਾਂ ਗਲਤ ਨਿਕਲਿਆ, ਹੁਣ ਤੇਰੀ ਵਾਰੀ ਹੈ, ਤੂੰ ਤਜਰਬਾ ਕਰ ਵੇਖ, ਸ਼ਾਇਦ ਤੂੰ ਠੀਕ ਨਿਕਲੇ। ਸਾਦਾ ਪਾਸ ਇੱਕ ਥੈਲਾ ਸੀ ਜਿਸ ਵਿੱਚ ਇੱਕ ਸਿੱਕੇ ਦਾ ਵੱਡਾ ਸਾਰਾ ਟੁਕੜਾ ਸੀ। ਉਹ ਸਾਦ ਨੇ ਕੱਢ ਕੇ ਮੇਰੇ ਹਵਾਲੇ ਕੀਤਾ ਤੇ ਕਿਹਾ, ਮੇਰੇ ਪਾਸ ਤਾਂ ਇਹੀ ਕੁਝ, ਜੇ ਰੱਬ ਨੇ ਚਾਹਿਆ ਤਾਂ ਇਸੇ ਨਾਲ ਹੀ ਤੇਰੇ ਘਰ ਲਹਿਰ ਬਹਿਰ ਹੋ ਜਾਏਗੀ। ਇਹ ਵੇਖ ਕੇ ਸਾਦੀ ਹੱਸ ਪਿਆ, ਮਿੱਤਰਾ ਤੂੰ ਵੀ ਕਿਸੇ ਵੇਲੇ ਭੂਈਆਂ ਸਿੱਧੀਆਂ ਮਾਰਨ ਲੱਗ ਪੈਂਦਾ, ਇਸ ਦਾ ਤਾਂ ਕੌਡੀ ਮੁੱਲ ਵੀ ਨਾ, ਇਹ ਇਸਨੇ ਸਿਰ ਮਾਰਨਾ ਹੈ। ਸਾਧਨ ਨੂੰ ਕੋਈ ਉੱਤਰ ਨਾ ਦਿੱਤਾ ਤੇ ਦੋਵੇਂ ਮਿੱਤਰ ਉੱਥੋਂ ਚਲੇ ਗਏ। ਉਸੇ ਰਾਤ ਮੈਂ ਉਹ ਸਿੱਕੇ ਦਾ ਟੁਕੜਾ ਆਪਣੇ ਇੱਕ ਮਿੱਤਰ ਮਾਛੀ ਨੂੰ ਦੇ ਦਿੱਤਾ। ਉਹਦੇ ਜਾਲ ਵਿਚਲਾ ਸਿੱਕਾ ਗਵਾਚ ਗਿਆ ਸੀ ਤੇ ਇਸ ਤੋਂ ਬਿਨਾਂ ਉਹਦਾ ਜਾਲ
ਨਿਕੰਮਾ ਪਿਆ ਹੋਇਆ ਸੀ। ਇਸੇ ਦੁੱਖੋਂ ਕਈ ਦਿਨ ਉਹ ਮੱਛੀਆਂ ਨਹੀਂ ਸੀ ਫੜਨਗੇ। ਸਿੱਕੇ ਦਾ ਟੁਕੜਾ ਲੈ ਕੇ ਉਹ ਬਹੁਤ ਖੁਸ਼ ਹੋਏ। ਅਗਲੇ ਦਿਨ ਉਹਨੇ ਬੜੀਆਂ ਮੱਛੀਆਂ ਫੜੀਆਂ ਤੇ ਸਿੱਕੇ ਦੇ ਬਦਲੇ ਉਹਨੇ ਇੱਕ ਵੱਡੀ ਸਾਰੀ ਮੱਛੀ ਮੈਨੂੰ ਵੀ ਲਿਆ ਦਿੱਤੀ। ਮੇਰੀ ਵਹੁਟੀ ਮੱਛੀ ਸਾਫ਼ ਕਰਨ ਲੱਗ ਪਈ। ਉਸ ਵਿੱਚੋਂ ਬਲੌਰ ਵਰਗੀ ਇੱਕ ਚਮਕਦਾਰ ਚੀਜ਼ ਨਿਕਲ। ਮਾਮੂਲੀ ਜਿਹੀ ਚੀਜ਼ ਸਮਝ ਕੇ ਮੇਰੀ ਵਹੁਟੀ ਨੇ ਉਹ ਖੇਡਣ ਲਈ ਬੱਚਿਆਂ ਨੂੰ ਦੇ ਦਿੱਤੀ। ਉਹਨੂੰ ਵੇਖ ਕੇ ਬੱਚੇ ਆਪਸ ਵਿੱਚ ਝਗੜਨ ਲੱਗ ਪਏ ਤੇ ਇਤਨਾ ਚੀਕ ਚਿਹਾੜਾ ਪਾਇਆ ਕਿ ਤੰਗ ਆ ਕੇ ਮੈਂ ਉਹਨਾਂ ਦੇ ਹੱਥੋਂ ਉਹ ਚੀਜ਼ ਖੋਲ। ਜਦ ਮੈਂ ਸੌਣ ਲੱਗਿਆ ਬੱਤੀ ਬੁਝਾਈ ਤਾਂ ਉਹਦੇ ਚਾਨਣ ਨਾਲ ਹੀ ਕਮਰਾ ਜਗਮਗਾ। ਇਹ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਤੇ ਆਪਣੀ ਵਹੁਟੀ ਨੂੰ ਕਿਹਾ, ਸੋਨੇ ਦੀਆਂ ਮੋਹਰਾਂ ਨਾਲੋਂ ਤਾਂ ਇਹ ਸਿੱਕੇ ਦਾ ਟੁਕੜਾ ਹੀ ਚੰਗਾ ਨਿਕਲਿਆ। ਹੋਰ ਕੁਝ ਨਹੀਂ ਤਾਂ ਤੇਲ ਦੇ ਪੈਸੇ ਦੀ ਬਚ ਜਾਇਆ ਕਰਨਗੇ। ਸਾਡੇ ਗਵਾਂਢ ਵਿੱਚ ਹੀ ਇੱਕ ਜੌਹਰੀ ਰਹਿੰਦਾ ਸੀ। ਗਲੇ ਪਲਕ ਜੌਹਰਨ ਨੇ ਪੁੱਛਿਆ, ਕੀ ਗੱਲ ਸੀ? ਰਾਤ ਨੂੰ ਤਾਂ ਬੱਚਿਆਂ ਨੇ ਐਨਾ ਤੂਫਾਨ ਚੁੱਕਿਆ ਹੋਇਆ ਸੀ ਕਿ ਸਾਰੀ ਰਾਤ ਪਰ ਨਹੀਂ ਲੱਗੀ। ਮੇਰੀ ਵਹੁਟੀ ਨੇ ਕਿਹਾ, ਕੀ ਦੱਸਾਂ ਭੈਣ, ਸ਼ੀਸ਼ੇ ਦਾ ਇੱਕ ਟੁਕੜਾ ਜਿਹਾ ਸੀ। ਮੈਂ ਕਿਤੇ ਭੁੱਲ ਕੇ ਉਹਨਾਂ ਦੇ ਹੱਥ ਦੇ ਤਾਂ ਬਈ ਬਸ ਉਹਨਾਂ ਝਗੜ ਕੇ ਸਾਡਾ ਨੱਕ ਵਿੱਚ ਦਮ ਕਰ ਦਿੱਤਾ ਏ। ਜੌਹਰਨ ਨੇ ਮੇਰੀ ਵਹੁਟੀ ਨੂੰ ਉਹ ਬਲੌਰ ਦਾ ਟੁਕੜਾ ਵਿਖਾਉਣ ਲਈ ਕਿ ਜਦੋਂ ਮੇਰੀ ਵਹੁਟੀ ਨੇ ਜੌਹਰਨ ਨੂੰ ਕੱਢ ਕੇ ਵਿਖਾਇਆ ਤਾਂ ਉਹ ਉਸੇ ਵੇਲੇ ਉਹਨੂੰ ਮੁੱਲ ਖਰੀਦਣ ਲਈ ਤਿਆਰ ਹੋ ਗਿਆ। ਪਰ ਬੱਚੇ ਉਸ ਨਾਲ ਲਸੂੜੇ ਵਾਂਗ ਚਿਮੜੇ ਹੋਏ ਸਨ ਤੇ ਛੱਡਣ ਦਾ ਨਾਂ ਤੱਕ ਨਹੀਂ ਸਨ ਲੈਂਦੇ। ਸੋ ਜੌਹਰਨ ਕਹਿਣ ਲੱਗੀ, ਚੰਗਾ ਇਹਨਾਂ ਨੂੰ ਇਸ ਵੇਲੇ ਖੇਡ ਲੈਣ, ਫੇਰ ਗੱਲ ਕਰ ਲਵਾਂਗੇ। ਜਦੋਂ ਮੈਂ ਘਰ ਮੁੜਿਆ ਤਾਂ ਮੇਰੀ ਵਹੁਟੀ ਨੇ ਮੈਨੂੰ ਸਾਰੀ ਗੱਲ ਕਹਿ ਸੁਣਾ। ਮੈਨੂੰ ਖੁੜਕ ਗਈ ਕਿ ਇਹ ਆਮ ਸ਼ੀਸ਼ਾ ਨਹੀਂ ਬਲਕਿ ਜ਼ਰੂਰ ਕੋਈ ਬਹੁਤ ਕੀਮਤੀ ਹੀਰਾ ਹੋਣਾ। ਮੈਂ ਜੌਹਰੀ ਨਾਲ ਗੱਲ ਕੀਤੀ। ਉਹ ਉਸ ਹੀਰੇ ਨੂੰ ਉਸੇ ਵੇਲੇ 1 ਲੱਖ ਮੋਹਰਾਂ ਤੇ ਖਰੀਦਣ ਲਈ ਰਾਜ਼ੀ ਹੋ ਗਏ। ਜੌਹਰੀ ਨੇ ਝਟਪਟ ਇਹ ਰਕਮ ਮੇਰੇ ਹੱਥ ਫੜਾਈ ਤੇ ਉਹ ਕੀਮਤੀ ਹੀਰਾ ਜਿਸ ਨੂੰ ਸੀ ਮਾਮੂਲੀ ਜਿਹਾ ਪੱਥਰ ਸਮਝਦੇ ਸਾਂ, ਖੁਸ਼ੀ ਆਪਣੇ ਘਰ ਲੈ ਗਏ। ਮੈਂ ਪਰਮਾਤਮਾ ਦਾ ਲੱਖ ਸ਼ੁਕਰ ਕੀਤਾ ਕਿ ਉਹਨੇ ਮੇਰੇ ਦਿਨ ਫੇਰ ਦਿੱਤੇ ਹਾਂ। ਫੇਰ ਅਗਲੇ ਦਿਨ ਮੈਂ ਸ਼ਹਿਰ ਦੇ ਸਾਰੇ ਰੱਸੀਆਂ ਵੱਟਣ ਵਾਲਿਆਂ ਦੇ ਘਰ ਗਿਆ ਤੇ ਉਹਨਾਂ ਨੂੰ ਕਿਹਾ, ਤੁਸੀਂ ਆਪਣਾ ਸਾਰਾ ਟਿਲ ਲਾ ਕੇ ਕੰਮ ਕੱਢ, ਮੈਂ ਸਾਰਾ ਮਾਲ ਖਰੀਦਣ ਲਈ ਤਿਆਰ। ਫੇਰ ਮੈਂ ਮਾਲ ਪਾਉਣ ਲਈ ਕਈ ਦੁਕਾਨਾਂ ਖਰੀਦ ਲਈ। ਜਲਦੀ ਹੀ ਮੇਰਾ ਕਾਰੋਬਾਰ ਇਤਨਾ ਵੱਧ ਗਿਆ ਕਿ ਮੈਂ ਕਈ ਵੱਡੇ ਕਾਰਖਾਨੇ ਬਣਵਾ ਲਏ ਤੇ ਰਹਿਣ ਲਈ ਇੱਕ ਆਲੀਸ਼ਾਨ ਮਲ ਤਿਆਰ ਕਰਵਾ ਲਏ। ਕੁਝ ਸਮਾਂ ਪਾ ਕੇ ਮੇਰੇ ਦੋਵੇਂ ਮਿੱਤਰ ਸਾਦ ਤੇ ਸਾਦੀ ਪਹਿਲਾਂ ਵਾਰ ਮੈਨੂੰ ਮਿਲਣ ਲਈ ਫੇਰ ਆ। ਉਹਨਾਂ ਦਾ ਖਿਆਲ ਸੀ ਕਿ ਮੈਂ ਆਪਣੇ ਪੁਰਾਣੇ ਘਰ ਵਿੱਚ ਹੀ ਮੁਸੀਬਤਾਂ ਦੇ ਦਿਨ ਕੱਟ ਰਿਹਾ ਹੋਵਾਂਗਾ, ਪਰ ਮੈਨੂੰ ਉੱਥੇ ਨਾ ਵੇਖ ਕੇ ਉਹ ਪੁੱਛਾਂਦੇ ਮੇਰੇ ਨਵੇਂ ਮਲ ਵੱਲ ਆ। ਉਹਦੀ ਸੁੰਦਰਤਾ ਤੇ ਨੋਖੀ ਛੱਬ ਵੇਖ ਕੇ ਉਹਨਾਂ ਸਮਝਿਆ ਕਿ ਦੱਸਣ ਵਾਲਿਆਂ ਨੂੰ ਸ਼ਾਇਦ ਟਪਲਾ ਲੱਗਾ ਹੈ। ਮੇਰੇ ਦਰਬਾਨ ਦੇ ਤਸੱਲੀ ਦਿਵਾਉਣ ਤੇ ਵੀ ਕਿ ਇਹ ਮਲ ਮੇਰਾ ਹੀ ਹੈ। ਉਹ ਝਿਜਕਦੇ ਅੰਦਰ ਆ। ਮੈਨੂੰ ਨਵੇਂ ਰੰਗ ਵਿੱਚ ਵੇਖ ਕੇ ਉਹ ਬਹੁਤ ਹੈਰਾਨ ਵੀ ਹੋਏ ਤੇ ਪਰੇਸ਼ਾਨ। ਮੈਂ ਉਹਨਾਂ ਨੂੰ ਆਪਣੇ ਮਹਲ ਦਾ ਇੱਕ ਕਮਰਾ ਵਿਖਾਇਆ ਤੇ ਬਾਗ ਦੀ ਵੀ ਸੈਰ ਕਰਵਾਈ, ਜਿਸ ਵਿੱਚ ਰੰਗ ਦੇ ਫੁੱਲ ਤੇ ਫਲ ਲੱਗੇ ਹੋਏ ਸਨ ਤੇ ਜਿਸ ਵਿੱਚੋਂ ਦੀ ਸਾਫ਼ ਪਾਣੀ ਦੀ ਇੱਕ ਨਹਿਰ ਵਗ ਰਹੀ ਸੀ। ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਰਾਤ ਮੇਰੇ ਮਹਿਮਾਨ ਬਣ ਕੇ ਮੈਨੂੰ ਸੇਵਾ ਦਾ ਮਾਣ ਬਖਸ਼। ਉਹਨਾਂ ਨੇ ਮੇਰੀ ਬੇਨਤੀ ਮੰਨ ਲਈ। ਦਿਲੇ ਪਲਕ ਜਦੋਂ ਸੀ ਬਾਗ ਵਿੱਚ ਬਹਿ ਗੱਪਾਂ ਮਾਰ ਰਹੇ ਸਾਂ ਤਾਂ ਮੇਰੇ ਦੋਵੇਂ ਲੜਕੇ ਮੈਨੂੰ ਇੱਕ ਪੱਗ ਵਿੱਚ ਪੰਛੀਆਂ ਦਾ ਬਣਿਆ ਹੋਇਆ ਆਲਣਾ ਵਿਖਾਉਣ ਲਈ ਲਿਆ ਸੀ। ਸਾਰਿਆਂ ਨੇ ਉਸ ਵੱਲ ਬੜੇ ਗੌਰ ਨਾਲ ਵੇਖੇ। ਮੈਨੂੰ ਝੱਟ ਯਾਦ ਆ ਗਿਆ ਕਿ ਇਹ ਤਾਂ ਉਹੀ ਪੱਗ ਹੈ ਜਿਹੜੀ ਇਲ ਮੇਰੇ ਸਿਰ ਚਪਟਾ ਮਾਰ ਕੇ ਲੈ ਗਈ ਸੀ। ਉਸ ਵਿੱਚੋਂ ਆਲਣਾ ਇੱਕ ਪਾਸੇ ਕੱਢ ਕੇ ਤੇ ਉਸ ਦੇ ਪੇਚ ਖੋਲ ਕੇ ਜਦ ਮੈਂ ਵੇਖਿਆ ਤਾਂ ਵਿੱਚ ਉਹ ਹੀ ਮੋਹਰਾਂ ਵਾਲੀ ਥੈਲੀ ਉਸੇ ਤਰ੍ਹਾਂ ਟੰਗ ਪਈ ਹੋਈ ਨਿਕਲੀ ਜਿਵੇਂ ਮੈਂ ਰੱਖੀ ਸੀ। ਜਦੋਂ ਸਾਦੀ ਨੇ ਇਹ ਥੈਲੀ ਵੇਖੀ ਤਾਂ ਉਹ ਹੈਰਾਨ ਰਹਿ ਗਏ। ਅਸਲ ਵਿੱਚ ਉਹ ਮੇਰੀ ਇਸ ਗੱਲ ਨੂੰ ਕਿ ਮੇਰੀ ਪੱਗ ਨੂੰ ਇਲ ਉਡਾ ਕੇ ਲੈ ਗਈ ਸੀ ਗੱਪ ਹੀ ਸਮਝਦਾ ਰਿਹਾ ਸੀ ਤੇ ਉਹਦਾ ਖਿਆਲ ਸੀ ਕਿ ਮੈਂ ਉਹਦੇ ਪੈਸੇ ਤੋਂ ਹੀ ਇਤਨਾ ਮਾਲਦਾਰ ਬਣਿਆ। ਉਹ ਕਹਿਣ ਲੱਗਾ, ਭਾਵੇਂ ਜਿੰਨਾ ਮਰਜ਼ੀ ਤੂੰ ਕਹੋ, ਮੈਂ ਇਹ ਤਾਂ ਕਦੀ ਮੰਨਣ ਨੂੰ ਤਿਆਰ ਨਹੀਂ ਕਿ ਸਾਦ ਦੇ ਦਿੱਤੇ ਹੋਏ ਸਿੱਕੇ ਦੇ ਟੁਕੜੇ ਨੇ ਤੇਰੇ ਦਿਨ ਮੋੜੇ। ਮੇਰਾ ਤਾਂ ਇਹ ਪੱਕਾ ਯਕੀਨ ਹੈ ਕਿ ਪੈਸੇ ਤੋਂ ਹੀ ਪੈਸਾ ਬਣਦਾ। ਉਸ ਸ਼ਾਮ ਕੁਦਰਤ ਨੇ ਐਸੀ ਖੇਡ ਰਚੀ ਕਿ ਆਪਣੇ ਕੋੜੇ ਲਈ ਸਾਨੂੰ ਕੁਝ ਜੌਆਂ ਦੀ ਲੋੜ ਪੈ ਗਈ। ਸਾਰਾ ਬਾਜ਼ਾਰ ਛਾਣ ਮਾਰਿਆ ਪਰ ਜੇ ਕਿਤੇ ਵੀ ਹੱਥ न ਲੱਗ। ਸਿਰਫ ਇੱਕ ਛੋਟੀ ਜਿਹੀ ਦੁਕਾਨ ਤੇ ਥੋੜਾ ਜਿਹਾ ਜੌਆਂ ਦਾ ਧੂਰਾ ਸੀ। ਜਦੋਂ ਮੇਰੇ ਨੌਕਰ ਨੇ ਉਹ ਕੋੜੇ ਲਈ ਖੁਰਲੀ ਵਿੱਚ ਉਲਝਿਆ ਤਾਂ ਵਿੱਚੋਂ ਇੱਕ ਛੋਟੀ ਜਿਹੀ ਗੰਢ ਨਿਕਲੀ ਜਿਸ ਵਿੱਚ ਕੋਈ ਪਾਰੀ ਜਿਹੀ ਚੀਜ਼ ਬੱਜੀ ਪਈ ਸੀ। ਉਹ ਗੰਢ ਨੂੰ ਬਿਨਾਂ ਖੋਲੇ ਹੀ ਮੇਰੇ ਕੋਲ ਲੈ ਆਇਆ ਕਿਉਂਕਿ ਉਹਨੇ ਕਈ ਵਾਰ ਪਹਿਲਾਂ ਮੈਥੋਂ ਮੇਰੀ ਗਵਾਚੀ ਹੋਈ ਗੰਢ ਬਾਰੇ ਸੁਣਿਆ ਹੋਇਆ ਸੀ। ਉਹਦਾ ਖਿਆਲ ਸੀ
ਕਿ ਉਹ ਗੰਢ ਸ਼ਾਇਦ ਇਹ ਹੀ ਹੋ। ਜਦੋਂ ਮੈਂ ਉਹ ਗੰਢ ਵੇਖੀ ਤਾਂ ਮੇਰੀ ਹੈਰਾਨੀ ਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੈਂ ਸੋਚਿਆ ਕਿ ਜਦੋਂ ਕਿਸੇ ਦੇ ਚੰਗੇ ਦਿਨ ਆਉਂਦੇ ਹਨ ਤਾਂ ਪੂਰੀਆਂ ਵੀ ਸਿੱਧੀਆਂ ਹੋ ਜਾਂਦੀਆਂ ਹਾਂ। ਉਹ ਗੰਢ ਲੈ ਕੇ ਮੈਂ ਆਪਣੇ ਦੋਹਾਂ ਮਿੱਤਰਾਂ ਨੂੰ ਵਿਖਾਈ ਤੇ ਕਿਹਾ, ਜਨਾਬ, ਮੇਰੀਆਂ ਗੱਲਾਂ ਤੇ ਸ਼ਾਇਦ ਤੁਸੀਂ ਸ਼ੱਕ ਹੀ ਕਰਦੇ ਰਹੇ ਹੋ, ਪਰ ਪਰਮਾਤਮਾ ਬੜਾ ਬਿਨਤ ਹੈ। ਉਹਨੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਦਿਵਾਉਣ ਲਈ ਇਹ ਵੇਖੋ ਇੱਕ ਹੋਰ ਸਬੂਤ ਭੇਜਿਆ। ਇਹ ਗੰਢ ਉਹੀ ਹੈ ਜਿਹੜੀ ਮੈਂ ਤੂੜੇ ਦੇ ਆਟੇ ਵਿੱਚ ਲੁਕਾ ਕੇ ਰੱਖੀ ਸੀ। ਮੇਰਾ ਨਹੀਂ ਖਿਆਲ ਕਿ ਤੁਸੀਂ ਹੁਣ ਇਹਨੂੰ ਵਾਪਸ ਲੈਣਾ ਪਸੰਦ ਕਰ। ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਇਹ ਗਰੀਬ ਗੁਰਬਿਆਂ ਵਿੱਚ ਵੰਡ ਦੇਵਾਂ। ਖਲੀਫਾ ਹਾਰੂਨ ਅਲ ਰਸ਼ੀਦ, ਜੋ ਸਾਦ ਦੇ ਪੇਸ ਵਿੱਚ ਸੀ, ਆਪਣੇ ਆਪ ਨੂੰ ਜ਼ਾਹਿਰ ਕਰਦਿਆਂ ਹੋਇਆਂ ਹਸਨ ਨੂੰ ਕਹਿਣ ਲੱਗਾ, ਹਸਨ, ਤੇਰੀ ਕਹਾਣੀ ਸੁਣ ਕੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਮੈਂ ਦੱਸ ਨਹੀਂ ਸਕਦਾ। ਇਸ ਤੋਂ ਪਤਾ ਲੱਗਦਾ ਹੈ ਕਿ ਰੱਬ ਦੇ ਕੰਮ ਬੜੇ ਨਿਆਰੇ ਨੇ। ਜੋ ਚਾਹੇ ਤਾਂ ਉਹ ਕੱਖ ਤੋਂ ਲੱਖ ਕਰ ਸਕਦਾ। ਇਹ ਹੀਰਾ ਜਿਹੜਾ ਤੈਨੂੰ ਮੱਛੀ ਚੋਂ ਲੱਭਾ ਸੀ, ਅਸਲ ਵਿੱਚ ਮੈਂ ਆਪਣੇ ਖਜ਼ਾਨੇ ਲਈ ਖਰੀਦਿਆ ਸੀ। ਇੱਕ ਵਾਰ ਬੇੜੀ ਵਿੱਚ ਸੈਰ ਕਰਦਿਆਂ ਮੇਰੇ ਹੱਥੋਂ ਦਰਿਆ ਵਿੱਚ ਜਾ ਪਿਆ ਸੀ ਤੇ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਸੀ ਲੱਭਾ। ਫਿਰ ਉਹਨੇ ਸਾਦੀ ਵੱਲ ਮੁੜ ਕੇ ਕਿਹਾ, ਜੇ ਤੈਨੂੰ ਇਸ ਗੱਲ ਤੇ ਯਕੀਨ ਨਹੀਂ ਤਾਂ ਖਜ਼ਾਨਚੀ ਨੂੰ ਪੁੱਛ ਕੇ ਪੱਕਾ ਕਰ। ਫਿਰ ਤੈਨੂੰ ਪੂਰੀ ਤਰ੍ਹਾਂ ਯਕੀਨ ਬਚ ਜਾਏਗਾ ਕਿ ਸਿਰਫ ਪੈਸਾ ਹੀ ਮਨੁੱਖ ਨੂੰ ਅਮੀਰ ਨਹੀਂ ਬਣਾ ਸਕਦਾ। ਮੇਰੀ ਗਰੀਬੀ ਸਭ ਰੱਬ ਦੇ ਹੱਥ ਵਿੱਚ ਹੈ।